ਸਤਿ ਸ਼੍ਰੀ ਅਕਾਲ। ਤੁਸੀਂ PNCN ਦੇਖ ਰਹੇ ਹੋ। ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲੀ ਖਬਰ ਦੇ ਨਾਲ ਸ਼ੁਰੂਆਤ ਕਰਾਂਗੇ। ਲੱਖਾਂ ਓਨਟਾਰੀਓ ਵਾਸੀਆਂ ਦੀ ਨਿੱਜੀ ਜਾਣਕਾਰੀ ਚੋਰੀ ਹੋਈ ਹੈ। ਦਰਅਸਲ ਜਿਨ੍ਹਾਂ ਨੇ ਟੀਕੇ ਲਗਵਾਏ ਨੇ, ਜਦੋਂ ਟੀਕੇ ਵਾਸਤੇ ਬੁਕਿੰਗ ਕੀਤੀ ਜਾਂਦੀ ਹੈ ਤਾਂ ਉਸ ਸਮੇਂ ਜੋ ਫੋਨ ਨੰਬਰ, ਨਾਮ ਤੇ ਹੋਰ ਜਾਣਕਾਰੀ ਦਿੱਤੀ ਜਾਂਦੀ ਹੈ ਉਹ ਚੋਰੀ ਹੋਈ ਹੈ, ਜੋ ਕਿ ਸਾਲ 2021 ਦੇ ਵਿੱਚ ਚੋਰੀ ਹੋਈ ਸੀ ਤੇ ਇਸ ਉੱਤੇ ਕਾਰਵਾਈ ਵੀ ਕੀਤੀ ਗਈ। ਪਰ ਹੁਣ ਇਸ ਦੇ ਬਾਰੇ ਜਾਣਕਾਰੀ ਨੂੰ ਜਨਤਕ ਕੀਤਾ ਜਾ ਰਿਹਾ ਹੈ। 3 ਲੱਖ ਤੋਂ ਵੱਧ ਓਨਟਾਰੀਓ ਵਾਸੀਆਂ ਨੂੰ ਇਸ ਨਾਲ ਜੁੜੇ ਨੋਟਿਸ ਭੇਜੇ ਗਏ ਨੇ। ਲੱਖਾਂ ਓਨਟਾਰੀਓ ਵਾਸੀਆਂ ਦੀ ਜਾਣਕਾਰੀ ਚੋਰੀ ਹੋਈ ਹੈ। ਸੂਬੇ ਦੇ ਵੈਕਸੀਨ ਮੈਨੇਜਮੈਂਟ ਸਿਸਟਮ ਤੋਂ ਸ਼ੁੱਕਰਵਾਰ ਨੂੰ ਸੂਬਾ ਸਰਕਾਰ ਨੇ ਦੱਸਿਆ ਕਿ 2 ਜਣਿਆਂ ਦੇ ਉੱਤੇ ਮਾਮਲੇ ਦਰਜ ਕੀਤੇ ਗਏ ਨੇ, ਜਿਨ੍ਹਾਂ ਨੂੰ ਨਵੰਬਰ 2021 ਵਿੱਚ ਵੈਕਸੀਨ ਮੈਨੇਜਮੈਂਟ ਸਿਸਟਮ ਤੋਂ ਲੋਕਾਂ ਦੀ ਜਾਣਕਾਰੀ ਚੋਰੀ ਕਰਨ ਦੇ ਲਈ ਜ਼ਿੰਮੇਵਾਰ ਮੰਨਿਆ ਗਿਆ। ਇਹ ਮਾਮਲੇ ਸੂਬੇ ਦੀ ਪੁਲਿਸ ਨੇ ਪਿਛਲੇ ਸਾਲ ਦਰਜ ਕੀਤੇ ਸੀ, ਪਰ ਇਹ ਨਹੀਂ ਦੱਸਿਆ ਗਿਆ ਕਿ ਡਾਟਾ ਚੋਰੀ ਕੀਤਾ ਕਿਵੇਂ ਗਿਆ ਤੇ ਕਿੰਨਾਂ ਦੇ ਉੱਤੇ ਮਾਮਲੇ ਦਰਜ ਹੋਏ ਨੇ। ਉਹਨਾਂ ਦੀ ਪਛਾਣ ਵੀ ਨਹੀਂ ਦੱਸੀ ਗਈ। ਸਿਹਤ ਮੰਤਰਾਲੇ ਦੇ ਨਾਲ ਵੀ ਇਸ ਦੇ ਬਾਰੇ ਕੰਮ ਕੀਤਾ ਜਾ ਰਿਹਾ ਹੈ ਤੇ ਪੁਲਿਸ ਦੇ ਨਾਲ ਹੀ ਓਨਟਾਰੀਓ ਦੇ ਪ੍ਰਾਈਵੇਸੀ ਕਮਿਸ਼ਨਰ ਦੇ ਵੱਲੋਂ ਵੀ ਦੇਖਿਆ ਜਾ ਰਿਹਾ ਹੈ ਕਿ ਇਸ ਜਾਣਕਾਰੀ ਦੇ ਚੋਰੀ ਹੋਣ ਦੇ ਨਾਲ ਕਿੱਥੇ ਤੱਕ ਤੇ ਕਿੰਨੇ ਕੈਨੇਡਾ ਵਾਸੀਆਂ ਦੇ ਉੱਤੇ ਪ੍ਰਭਾਵ ਪੈ ਸਕਦਾ ਹੈ। ਸ਼ੁੱਕਰਵਾਰ ਤੋਂ 3,60,000 ਓਨਟਾਰੀਓ ਵਾਸੀਆਂ ਨੂੰ ਨੋਟਿਸ ਭੇਜੇ ਜਾ ਰਹੇ ਨੇ ਕਿ ਉਹਨਾਂ ਦੀ ਨਿੱਜੀ ਜਾਣਕਾਰੀ ਚੋਰੀ ਹੋਈ ਹੈ, ਜਿਸ ਦੇ ਵਿੱਚ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ 95% ਤੱਕ ਲੋਕਾਂ ਦੇ ਨਾਮ ਤੇ ਫੋਨ ਨੰਬਰ ਹੀ ਪ੍ਰਭਾਵਿਤ ਹੋਏ ਨੇ, ਯਾਨੀ ਕਿ ਉਹਨਾਂ ਦੇ ਫੋਨ ਨੰਬਰ ਤੇ ਨਾਮ ਹੀ ਚੋਰੀ ਹੋ ਗਏ ਤੇ ਇਸ ਦੇ ਨਾਲ ਹੀ 5% ਅਜਿਹੇ ਨੇ ਜਿਨ੍ਹਾਂ ਦੀ ਹੋਰ ਜ਼ਿਆਦਾ ਜਾਣਕਾਰੀ ਵੀ ਚੋਰੀ ਹੋਈ ਹੈ। ਤੇ ਨਾਲ ਹੀ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਸਿਹਤ ਮੰਤਰਾਲੇ ਦੀ ਸਾਈਬਰ ਸਿਕਿਉਰਿਟੀ ਹੈ ਜੋ ਉਸ ਦੇ ਵਿੱਚ ਲਗਾਤਾਰ ਇਹ ਸਥਾਈ ਬਣਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਜੋ ਵੈਕਸੀਨ ਬੁਕਿੰਗ ਸਿਸਟਮ ਹੈ ਉਸ ਨੂੰ ਆਨਲਾਈਨ ਸੁਰੱਖਿਅਤ ਰੱਖਿਆ ਜਾ ਸਕੇ। ਹੁਣ ਅਗਲੀ ਖਬਰ ਦੇ ਵੱਲ ਰੁਖ ਕਰਾਂਗੇ। ਜਿਵੇਂ ਕਿ ਨਿੱਤ ਅਜਿਹੇ ਮਾਮਲੇ ਸਾਹਮਣੇ ਆਉਂਦੇ ਨੇ ਜਿੱਥੇ ਕਿ ਪ੍ਰਵਾਸੀਆਂ ਨੂੰ ਕੈਨੇਡਾ ਦੇ ਵਿੱਚ ਪੱਕੇ ਕਰਨ ਦਾ ਜਾਂ ਫਿਰ ਵਰਕ ਪਰਮਿਟ ਦਾ ਜਾਂ ਫਿਰ ਕੋਈ ਹੋਰ ਝਾਂਸਾ ਦਿੰਦੇ ਹੋਏ ਮੂਰਖ ਬਣਾਇਆ ਜਾਂਦਾ ਹੈ। ਕੈਨੇਡਾ ਦੇ ਵਿੱਚ ਹੀ ਦਰਜਨਾਂ ਪ੍ਰਵਾਸੀਆਂ ਵੱਲੋਂ ਸ਼ਿਕਾਇਤ ਕੀਤੀ ਗਈ ਕਿ ਵੈਨਕੂਵਰ ਦੇ ਵਿੱਚ ਇੱਕ ਇਮੀਗ੍ਰੇਸ਼ਨ ਸਲਾਹਕਾਰ ਨੇ ਉਹਨਾਂ ਨੂੰ ਮੂਰਖ ਬਣਾਇਆ, PR ਦੇ ਇੱਕ ਪ੍ਰੋਗਰਾਮ ਦਾ ਝਾਂਸਾ ਦਿੰਦੇ ਹੋਏ, ਜਿਸ ਤੋਂ ਬਾਅਦ ਰਜਿਸਟ੍ਰੇਸ਼ਨ ਉਸ ਸਲਾਹਕਾਰ ਦੀ ਰੱਦ ਕਰ ਦਿੱਤੀ ਗਈ ਹੈ, ਜਿਸ ਦੀ ਜਾਣਕਾਰੀ ਨੂੰ ਜਨਤਕ ਵੀ ਕੀਤਾ ਗਿਆ ਹੈ। ਤੁਹਾਨੂੰ ਦੱਸਦੇ ਕਿ ਆਖਿਰ ਕੀ ਹੈ ਪੂਰਾ ਮਾਮਲਾ। ਵੈਨਕੂਵਰ ਵਿੱਚ ਇੱਕ ਔਰਤ ਦੇ ਉੱਤੇ ਪ੍ਰਵਾਸੀਆਂ ਨੂੰ ਝਾਂਸਾ ਦੇ ਕੇ ਲੁੱਟਣ ਦੇ ਇਲਜ਼ਾਮ ਲੱਗੇ ਨੇ। ਇਮੀਗ੍ਰੇਸ਼ਨ ਨਾਲ ਜੁੜਿਆ ਇਹ ਘਪਲਾ ਹੈ, ਜਿਸ ਵਿੱਚ PR ਦੇ ਲਈ ਨਵੇਂ ਪ੍ਰੋਗਰਾਮ ਦਾ ਝਾਂਸਾ ਦਿੱਤਾ ਗਿਆ, ਜੋ ਅਸਲ ਵਿੱਚ ਕੋਈ ਪ੍ਰੋਗਰਾਮ ਹੈ ਹੀ ਨਹੀਂ ਸੀ, ਜਿਸ ਤੋਂ ਬਾਅਦ ਦਰਜਨਾਂ ਪ੍ਰਵਾਸੀਆਂ ਨੇ ਸ਼ਿਕਾਇਤ ਕਰ ਦਿੱਤੀ ਤੇ ਲੀਜ਼ਾ ਲੂਸੀਓਨ ਦੀ ਰਜਿਸਟ੍ਰੇਸ਼ਨ ਨੂੰ ਰੱਦ ਕਰ ਦਿੱਤਾ ਗਿਆ, ਜੋ ਕਿ ਲਾਇਸੈਂਸਡ ਇਮੀਗ੍ਰੇਸ਼ਨ ਸਲਾਹਕਾਰ ਸੀ, ਜਿਸ ਦੀ ਰਜਿਸਟ੍ਰੇਸ਼ਨ ਨੂੰ ਅਣਮਿੱਥੇ ਸਮੇਂ ਦੇ ਲਈ ਰੱਦ ਕਰ ਦਿੱਤਾ ਗਿਆ ਹੈ। ਤਾਂ ਦੂਜੇ ਪਾਸੇ ਲੀਜ਼ਾ ਦਾ ਦਾਅਵਾ ਹੈ ਕਿ ਉਸਨੇ ਕਿਸੇ ਨੂੰ ਵੀ ਧੋਖਾ ਨਹੀਂ ਦਿੱਤਾ ਤੇ ਉਸ ਦੇ ਉੱਤੇ ਲਗਾਏ ਗਏ ਇਲਜ਼ਾਮ ਗਲਤ ਨੇ, ਜਿਸ ਦੇ ਲਈ ਅਦਾਲਤ ਵਿੱਚ ਇਸ ਸਮੇਂ ਮਾਮਲਾ ਵੀ ਚੱਲ ਰਿਹਾ ਹੈ। ਇੱਥੇ ਜ਼ਿਕਰਯੋਗ ਹੈ ਕਿ ਜੇਕਰ ਕਿਸੇ ਦੇ ਵੱਲੋਂ ਵੀ PR ਜਾਂ ਫਿਰ ਕੈਨੇਡਾ ਦੇ ਵਿੱਚ ਹੋਰ ਕਿਸੇ ਵੀ ਇਮੀਗ੍ਰੇਸ਼ਨ ਦੇ ਕੰਮ ਦੇ ਵਾਸਤੇ ਤੁਹਾਡੇ ਨਾਲ ਵਾਅਦਾ ਕੀਤਾ ਜਾਂਦਾ ਹੈ ਤਾਂ ਜ਼ਰੂਰੀ ਹੈ ਕਿ ਇਮੀਗ੍ਰੇਸ਼ਨ ਵਿਭਾਗ ਦੀ ਵੈਬਸਾਈਟ ਦੇ ਉੱਤੇ ਜਾ ਕੇ ਆਪ ਵੀ ਇੱਕ ਵਾਰ ਦੇਖ ਲਿਆ ਜਾਵੇ ਕਿ ਕੀ ਅਜਿਹਾ ਕੋਈ ਪ੍ਰੋਗਰਾਮ ਚੱਲ ਰਿਹਾ ਹੈ ਜਿਸ ਦੇ ਬਾਰੇ ਤੁਹਾਨੂੰ ਜਾਣਕਾਰੀ ਦਿੱਤੀ ਜਾ ਰਹੀ ਹੈ। ਪ੍ਰਵਾਸੀਆਂ ਨਾਲ ਅਜਿਹਾ ਲੰਮੇ ਸਮੇਂ ਤੋਂ ਹੁੰਦਾ ਆ ਰਿਹਾ ਹੈ, ਨਾ ਸਿਰਫ ਕੈਨੇਡਾ ਦੇ ਵਿੱਚ ਸਗੋਂ ਕੈਨੇਡਾ ਤੋਂ ਬਾਹਰਲੇ ਮੁਲਕਾਂ ਦੇ ਵਿੱਚ ਵੀ ਜੋ ਇਮੀਗ੍ਰੇਸ਼ਨ ਸਲਾਹਕਾਰ ਕਈ ਉਹਨਾਂ ਨੂੰ ਝਾਂਸਾ ਦੇ ਦਿੰਦੇ ਨੇ, ਜਾਂ ਫਿਰ ਕਈ ਰਜਿਸਟਰਡ ਇਮੀਗ੍ਰੇਸ਼ਨ ਸਲਾਹਕਾਰ ਹੁੰਦੇ ਹੀ ਨਹੀਂ, ਸਗੋਂ ਉਹ ਸਲਾਹ ਦਿੰਦੇ ਨੇ ਤੇ ਨਾਲ ਹੀ ਝਾਂਸਾ ਦੇ ਕੇ ਪ੍ਰਵਾਸੀਆਂ ਨੂੰ ਲੁੱਟ ਲੈਂਦੇ ਨੇ। ਤੇ ਅਜਿਹੇ ਕਿਸੇ ਝਾਂਸੇ ਦੇ ਸ਼ਿਕਾਰ ਨਾ ਹੋਣ, ਜਿਸ ਕਰਕੇ ਪ੍ਰਵਾਸੀਆਂ ਨੂੰ ਖੁਦ ਵੀ ਇਸ ਦੇ ਉੱਤੇ ਬੇਹੱਦ ਧਿਆਨ ਦੇਣ ਦੀ ਲੋੜ ਹੈ ਕਿ ਇਮੀਗ੍ਰੇਸ਼ਨ ਵਿਭਾਗ ਦੀ ਵੈਬਸਾਈਟ ਦੇ ਉੱਤੇ ਜਾ ਕੇ ਉਸ ਜਾਣਕਾਰੀ ਨੂੰ ਦੁਬਾਰਾ ਤੋਂ ਜ਼ਰੂਰ ਦੇਖਿਆ ਜਾਵੇ ਜੋ ਵੀ ਸਲਾਹਕਾਰ ਦੇ ਵੱਲੋਂ ਤੁਹਾਨੂੰ ਦਿੱਤੀ ਜਾਂਦੀ ਹੈ ਤੇ ਜਿਸ ਪ੍ਰੋਗਰਾਮ ਦੇ ਵਿੱਚ ਵੀ ਤੁਹਾਡੀ ਫਾਈਲ ਲਗਾਉਣ ਦੇ ਵਾਸਤੇ ਉਸ ਵੱਲੋਂ ਵਾਅਦਾ ਕੀਤਾ ਜਾਂਦਾ ਹੈ ਕਿ ਕੀ ਅਜਿਹਾ ਕੋਈ ਪ੍ਰੋਗਰਾਮ ਮੌਜੂਦ ਹੈ ਤੇ ਉਸ ਵਾਸਤੇ ਕੀ ਸੱਚਮੁੱਚ ਤੁਸੀਂ ਯੋਗਤਾ ਰੱਖਦੇ ਹੋ ਜਾਂ ਨਹੀਂ। ਹੁਣ ਅਗਲੀ ਖਬਰ ਦੇ ਵੱਲ ਰੁਖ ਕਰਾਂਗੇ ਕਿ ਪਵਨਪ੍ਰੀਤ ਕੌਰ ਦੇ ਕਤਲ ਦਾ ਜੋ ਬਰੈਂਪਟਨ ਦੇ ਵਿੱਚ ਮਾਮਲਾ ਸਾਹਮਣੇ ਆਇਆ, ਉਸ ਤੋਂ ਬਾਅਦ ਪਵਨਪ੍ਰੀਤ ਕੌਰ ਦੇ ਮਾਪਿਆਂ ਨੇ ਹੋਰ ਜਾਣਕਾਰੀ ਵੀ ਸਾਂਝੀ ਕੀਤੀ ਹੈ ਤੇ ਪੁਲਿਸ ਦੇ ਵੱਲੋਂ ਵੀ ਜੋ ਰਿਪੋਰਟ ਦਿੱਤੀ ਗਈ ਉਸ ਦੇ ਬਾਰੇ ਅਪਡੇਟ ਤੁਹਾਨੂੰ ਇਸ ਰਿਪੋਰਟ ਦੇ ਵਿੱਚ ਅਸੀਂ ਦੱਸਾਂਗੇ। 21 ਸਾਲ ਦੀ ਪਵਨਪ੍ਰੀਤ ਕੌਰ ਬਰੈਂਪਟਨ ਦੀ ਰਹਿਣ ਵਾਲੀ, ਜਿਸ ਦਾ ਕਿ ਕਤਲ ਕੀਤਾ ਗਿਆ ਦਸੰਬਰ 3 ਨੂੰ ਗੋਲੀਆਂ ਮਾਰ ਕੇ ਮਿਸਿਸਾਗਾ ਵਿੱਚ ਪੈਟਰੋ ਕੈਨੇਡਾ ਗੈਸ ਸਟੇਸ਼ਨ ਦੇ ਬਾਹਰ, ਜਿੱਥੇ ਉਹ ਕੰਮ ਵੀ ਕਰਦੀ ਸੀ। ਪਵਨਪ੍ਰੀਤ ਦੇ ਮਾਪਿਆਂ ਵੱਲੋਂ ਹੁਣ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ। ਪਵਨਪ੍ਰੀਤ, ਜੋ ਕਿ ਪੰਜਾਬ ਤੋਂ ਕੈਨੇਡਾ ਵਿੱਚ ਉਸ ਸਮੇਂ ਪੜ੍ਹਨ ਆਈ ਸੀ ਜਦੋਂ ਉਹ 18 ਸਾਲ ਦੀ ਸੀ, ਇੰਟਰਨੈਸ਼ਨਲ ਸਟੂਡੈਂਟ ਵਜੋਂ ਕੈਨੇਡਾ ਆਈ ਸੀ, ਜਿਸ ਦੇ ਲਈ ਉਸ ਦੇ ਮਾਪੇ ਪਛਤਾ ਰਹੇ ਨੇ ਕਿ ਉਹਨਾਂ ਨੇ ਆਪਣੀ ਧੀ ਨੂੰ ਕੈਨੇਡਾ ਵਿੱਚ ਕਿਉਂ ਭੇਜਿਆ, ਜਿਨ੍ਹਾਂ ਦਾ ਕਹਿਣਾ ਹੈ ਕਿ
ਉਹ ਆਪਣੀ ਧੀ ਦੇ ਨਾਲ ਕੈਨੇਡਾ ਵਿੱਚ ਨਵੀਂ ਜ਼ਿੰਦਗੀ ਸ਼ੁਰੂ ਕਰਨ ਦੇ ਬਾਰੇ ਵਿਚਾਰ ਕਰ ਰਹੇ ਸਨ ਤਾਂ ਕੁਝ ਅਜਿਹਾ ਵਾਪਰ ਗਿਆ ਜਿਨ੍ਹਾਂ ਕਿਹਾ ਕਿ ਕਾਤਲ ਨੂੰ ਲੱਭਿਆ ਜਾਵੇ ਤੇ ਉਹ ਆਪਣੀ ਧੀ ਦੇ ਲਈ ਇਨਸਾਫ ਦੀ ਮੰਗ ਕਰਦੇ ਨੇ। ਪਵਨਪ੍ਰੀਤ ਕੌਰ ਦੇ ਗੋਲੀਆਂ ਮਾਰਨ ਵਾਲੇ ਵਿਅਕਤੀ ਦੇ ਬਾਰੇ ਜਾਣਕਾਰੀ ਦਿੰਦੇ ਹੋਏ ਪੀਲ ਪੁਲਿਸ ਨੇ ਉਸ ਨੂੰ ਲੱਭਣ ਦੇ ਵਾਸਤੇ ਸਹਿਯੋਗ ਵੀ ਮੰਗਿਆ, ਜਿਸ ਨੂੰ ਕਿ ਪਹਿਲਾਂ ਸਾਈਕਲ ਦੇ ਉੱਤੇ ਜਾਂਦੇ ਹੋਏ ਵੀ ਦੇਖਿਆ ਗਿਆ ਤੇ ਉਸ ਸਾਈਕਲ ਦੇ ਬਾਰੇ ਵੀ ਪੁਲਿਸ ਦੇ ਵੱਲੋਂ ਜਾਣਕਾਰੀ ਮੰਗੀ ਜਾ ਰਹੀ ਹੈ ਕਿ ਜੇਕਰ ਕਿਸੇ ਨੂੰ ਵੀ ਕੁਝ ਪਤਾ ਹੋਵੇ ਤਾਂ ਉਹਨਾਂ ਦੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਪਵਨਪ੍ਰੀਤ ਕੌਰ ਦੇ ਕਾਤਲ ਦੇ ਬਾਰੇ ਵੀਡੀਓ ਤਾਂ ਸਾਂਝੀ ਕੀਤੀ ਗਈ ਹੈ ਪਰ ਉਸ ਦੇ ਬਾਰੇ ਹਜੇ ਤੱਕ ਕੁਝ ਵੀ ਪਤਾ ਨਹੀਂ ਲੱਗ ਸਕਿਆ। ਹੁਣ ਰੁਕ ਅਗਲੀ ਖਬਰ ਦੇ ਵੱਲ ਕਰਾਂਗੇ। ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਨੇ ਤਾਜ਼ਾ ਅੰਕੜੇ ਜਾਰੀ ਕੀਤੇ ਨੇ ਬੈਕਲੌਗ ਨਾਲ ਜੁੜੇ ਹੋਏ, ਜਿਸ ਦੇ ਵਿੱਚ ਦੱਸਿਆ ਗਿਆ ਹੈ ਕਿ ਆਖਿਰ ਕਿੰਨੇ ਵਰਕ ਪਰਮਿਟ, PR ਜਾਂ ਫਿਰ ਸਿਟੀਜ਼ਨਸ਼ਿਪ ਦੇ ਵਾਸਤੇ ਜਿਨ੍ਹਾਂ ਨੇ ਫਾਈਲਾਂ ਲਾਈਆਂ ਹੋਈਆਂ ਨੇ, ਬੈਕਲੌਗ ਦੇ ਵਿੱਚ ਕਿੰਨੀਆਂ ਫਾਈਲਾਂ ਰਹਿ ਗਈਆਂ ਨੇ। ਇਹ ਜੋ ਤਾਜ਼ਾ ਅੰਕੜੇ ਸਾਹਮਣੇ ਆਏ ਨੇ ਉਸ ਤੋਂ ਪਤਾ ਲੱਗਦਾ ਹੈ ਕਿ ਬੈਕਲੌਗ ਪਹਿਲਾਂ ਨਾਲੋਂ ਕਾਫੀ ਤੇਜ਼ੀ ਦੇ ਨਾਲ ਘੱਟ ਹੋ ਰਿਹਾ ਹੈ। ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਨੇ ਜਿਵੇਂ ਕਿ ਵੱਧ ਕਾਮਿਆਂ ਨੂੰ ਰੱਖਣ ਤੇ ਨਾਲ ਹੀ ਕੰਮ ਵਿੱਚ ਤੇਜ਼ੀ ਲਿਆਉਣ ਦਾ ਦਾਅਵਾ ਕੀਤਾ ਸੀ ਤਾਂ ਕੁਝ ਇਸ ਤਰ੍ਹਾਂ ਕੰਮ ਕੀਤਾ ਗਿਆ ਕਿ ਬੈਕਲੌਗ ਦੇ ਵਿੱਚ ਕਮੀ ਆਈ ਹੈ। ਜਿਵੇਂ ਕਿ ਪਹਿਲਾਂ ਬੈਕਲੌਗ 2.7 ਮਿਲੀਅਨ ਤੱਕ ਪਹੁੰਚ ਗਿਆ ਸੀ ਪਰ ਹੁਣ ਤਾਜ਼ਾ ਅੰਕੜਿਆਂ ਵਿੱਚ ਦਾਅਵਾ ਕੀਤਾ ਗਿਆ ਹੈ ਕਿ 2.2 ਮਿਲੀਅਨ ਤੱਕ ਹੀ ਪਾਇਆ ਗਿਆ ਹੈ, ਯਾਨੀ ਕਿ ਪਹਿਲਾਂ ਨਾਲੋਂ ਫਾਈਲਾਂ ਦੀ ਗਿਣਤੀ ਘੱਟ ਹੋਈ ਹੈ, ਜਿਸ ਦੇ ਉੱਤੇ ਹੋਰ ਅੱਗੇ ਵੀ ਕੰਮ ਕੀਤਾ ਜਾ ਰਿਹਾ ਹੈ। 2 ਦਸੰਬਰ ਤੱਕ ਦੇ ਅੰਕੜੇ ਦੱਸੇ ਗਏ ਨੇ, ਜਿਸ ਦੇ ਵਿੱਚ ਵੱਖੋ ਵੱਖਰੇ ਪ੍ਰੋਗਰਾਮਸ ਦੇ ਬਾਰੇ ਜਾਣਕਾਰੀ ਦਿੱਤੀ ਗਈ ਹੈ ਕਿ ਜੋ PR ਦੀਆਂ ਫਾਈਲਾਂ ਲੱਗੀਆਂ ਹੋਈਆਂ ਨੇ ਉਸ ਦੇ ਵਿੱਚ 5,12,342 ਜਣਿਆਂ ਦੀਆਂ ਫਾਈਲਾਂ ਬੈਕਲੌਗ ਦੇ ਵਿੱਚ ਨੇ ਦਸੰਬਰ 2 ਤੱਕ, ਜਦਕਿ ਨਵੰਬਰ 3 ਤੱਕ ਦੇ ਅੰਕੜਿਆਂ ਮੁਤਾਬਕ 5,64,121 ਜਣਿਆਂ ਦੀਆਂ ਫਾਈਲਾਂ ਬੈਕਲੌਗ ਦੇ ਵਿੱਚ ਸਨ। ਤਾਂ ਇਸ ਦੇ ਨਾਲ ਹੀ ਟੈਂਪਰੇਰੀ ਰੈਜ਼ੀਡੈਂਸ ਨੇ ਜੋ ਉਹਨਾਂ ਦੀਆਂ 14,16,125 ਫਾਈਲਾਂ ਬੈਕਲੌਗ ਦੇ ਵਿੱਚ ਨੇ, ਜਦਕਿ ਨਵੰਬਰ 3 ਨੂੰ 15,37,566 ਫਾਈਲਾਂ ਬੈਕਲੌਗ ਦੇ ਵਿੱਚ ਸਨ। ਤੇ ਇਸ ਦੇ ਨਾਲ ਹੀ ਜੋ ਸਿਟੀਜ਼ਨਸ਼ਿਪ ਦੇ ਵਾਸਤੇ ਫਾਈਲਾਂ ਲੱਗੀਆਂ ਹੋਈਆਂ ਨੇ ਉਸ ਦੇ ਵਿੱਚ 3,14,630 ਅਰਜ਼ੀਆਂ ਬੈਕਲੌਗ ਵਿੱਚ 30 ਨਵੰਬਰ ਤੱਕ ਪਾਈਆਂ ਗਈਆਂ, ਜਦਕਿ 31 ਅਕਤੂਬਰ ਤੱਕ 3,31,401 ਜਣਿਆਂ ਦੀਆਂ ਫਾਈਲਾਂ ਬੈਕਲੌਗ ਦੇ ਵਿੱਚ ਸਨ। ਬੈਕਲੌਗ ਦੇ ਵਿੱਚ PR ਦੀਆਂ ਫਾਈਲਾਂ ਦਾ ਵਾਧਾ ਜ਼ਰੂਰ ਹੋਇਆ ਪਰ ਹੋਰ ਫਾਈਲਾਂ ਦੀ ਗਿਣਤੀ ਘੱਟ ਹੋਈ ਹੈ, ਜਿਸ ਦੇ ਉੱਤੇ ਲਗਾਤਾਰ ਕੰਮ ਕੀਤੇ ਜਾਣ ਦਾ ਦਾਅਵਾ ਵੀ ਕੀਤਾ ਜਾ ਰਿਹਾ ਹੈ ਤੇ ਕਾਫੀ ਲੋਕਾਂ ਨੂੰ ਇਸ ਸਮੇਂ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਫਾਈਲਾਂ ਦੇ ਉੱਤੇ ਜਵਾਬ ਵੀ ਤੇਜ਼ੀ ਦੇ ਨਾਲ ਮਿਲ ਵੀ ਰਹੇ ਨੇ। ਇਸ ਤਰ੍ਹਾਂ ਲਈ ਹੁਣ ਅਗਲੀ ਖਬਰ ਦੇ ਵੱਲ ਰੁਕ ਕਰਾਂਗੇ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਹੀ ਹਰ ਸਾਲ 60 ਤੋਂ ਵੱਧ ਔਸਤਨ ਇਸ ਕਰਕੇ ਮੌਤਾਂ ਹੋ ਜਾਂਦੀਆਂ ਨੇ ਜੋ ਨਸ਼ਾ ਕਰਕੇ ਡਰਾਈਵਰਸ ਦੇ ਵੱਲੋਂ ਗੱਡੀ ਚਲਾਈ ਜਾਂਦੀ ਹੈ, ਅਣਗਹਿਲੀ ਵਰਤੀ ਜਾਂਦੀ ਹੈ ਤੇ ਇਸ ਕਰਕੇ ਸੜਕ ਹਾਦਸੇ ਵਾਪਰਦੇ ਨੇ। ਤੇ ਇਸੇ ਨੂੰ ਲੈ ਕੇ ਜਦੋਂ ਰਿਪੋਰਟ ਸਾਂਝੀ ਕੀਤੀ ਗਈ ਹੈ ਤਾਂ ਚੇਤਾਵਨੀ ਦਿੱਤੀ ਗਈ ਹੈ ਡਰਾਈਵਰਾਂ ਦੇ ਵਾਸਤੇ ਕਿ ਕਿਸ ਤਰ੍ਹਾਂ ਉਹਨਾਂ ਨੂੰ ਇਸ ਦਾ ਭੁਗਤਾਨ ਕਰਨਾ ਪੈ ਸਕਦਾ ਹੈ, ਇੱਥੋਂ ਤੱਕ ਕਿ ਪ੍ਰਵਾਸੀ ਡਿਪੋਰਟ ਵੀ ਹੋ ਸਕਦੇ ਨੇ ਜੇਕਰ ਉਹ ਅਣਗਹਿਲੀ ਵਰਤਦੇ ਨੇ। ਇਸ ਸੰਬੰਧੀ ਜੋ ਤਾਜ਼ਾ ਜਾਣਕਾਰੀ ਸਾਂਝੀ ਕੀਤੀ ਗਈ ਹੈ ਤੇ ਪੁਲਿਸ ਦੇ ਵੱਲੋਂ ਵੀ ਚੇਤਾਵਨੀ ਦਿੱਤੀ ਗਈ ਹੈ, ਉਸ ਦੇ ਬਾਰੇ ਹੁਣ ਤੁਹਾਨੂੰ ਅਸੀਂ ਦੱਸਾਂਗੇ। ਜਿਵੇਂ ਕਿ ਹੁਣ ਛੁੱਟੀਆਂ ਦੇ ਦਿਨ ਆ ਰਹੇ ਨੇ, ਲੋਕ ਜ਼ਿਆਦਾ ਜਸ਼ਨ ਵੀ ਮਨਾਉਂਦੇ ਨੇ ਤੇ ਜਿਵੇਂ ਹੁਣ ਵੀਕਐਂਡ ਵੀ ਹੈ ਤਾਂ ਇਸ ਮੌਕੇ ਪੁਲਿਸ ਦੇ ਵੱਲੋਂ ਚੇਤਾਵਨੀ ਦਿੱਤੀ ਜਾ ਰਹੀ ਹੈ ਕਿ ਕਿਸੇ ਵੱਲੋਂ ਵੀ ਨਸ਼ਾ ਕਰਕੇ ਗੱਡੀ ਨਾ ਚਲਾਈ ਜਾਵੇ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਅੰਕੜੇ ਦੱਸੇ ਗਏ ਨੇ ਕਿ 64 ਜਣੇ ਔਸਤਨ ਤੌਰ ਤੇ ਹਰ ਸਾਲ ਮੌਤ ਦੇ ਮੂੰਹ ਵਿੱਚ ਚਲੇ ਜਾਂਦੇ ਨੇ, ਜਿਸ ਦੇ ਪਿੱਛੇ ਕਾਰਨ ਇਹ ਹੁੰਦਾ ਹੈ ਕਿ ਨਸ਼ਾ ਕਰਕੇ ਕੋਈ ਨਾ ਕੋਈ ਗੱਡੀ ਚਲਾ ਰਿਹਾ ਹੁੰਦਾ ਹੈ, ਜਿਸ ਕਰਕੇ ਆਪਣਾ ਨੁਕਸਾਨ ਤਾਂ ਉਹ ਕਰਦਾ ਹੀ ਹੈ, ਸਗੋਂ ਨਾਲ ਵਾਲਿਆਂ ਦਾ ਵੀ ਜਾਂ ਫਿਰ ਸੜਕ ਦੀ ਵਰਤੋਂ ਕਰਨ ਵਾਲੇ ਹੋਰ ਡਰਾਈਵਰਸ ਦਾ ਵੀ ਨੁਕਸਾਨ ਕਰ ਦਿੰਦਾ ਹੈ। ਇਸ ਤਰ੍ਹਾਂ ਅਜਿਹਾ ਨਾ ਹੋਵੇ, ਜ਼ਰੂਰੀ ਹੈ ਕਿ ਧਿਆਨ ਦਿੱਤਾ ਜਾਵੇ ਜੇਕਰ ਕੋਈ ਨਸ਼ਾ ਕਰਕੇ ਗੱਡੀ ਚਲਾਉਂਦਾ ਹੈ ਤੇ ਫੜਿਆ ਜਾਂਦਾ ਹੈ, ਜਿਸ ਵਾਸਤੇ 24 ਘੰਟੇ ਤੋਂ ਲੈ ਕੇ 90 ਦਿਨ ਤੱਕ ਲਾਇਸੈਂਸ ਰੱਦ ਕੀਤਾ ਜਾ ਸਕਦਾ ਹੈ, ਵਾਹਨ ਨੂੰ ਜ਼ਬਤ ਕੀਤਾ ਜਾ ਸਕਦਾ ਹੈ, $600 ਤੋਂ ਲੈ ਕੇ $4,060 ਤੱਕ ਫਾਈਨ ਵੀ ਕੀਤਾ ਜਾ ਸਕਦਾ ਹੈ ਤੇ ਉਸ ਨੂੰ ਜੇਲ੍ਹ ਵੀ ਹੋ ਸਕਦੀ ਹੈ ਤੇ ਨਾਲ ਹੀ ਹੋਰ ਸਖਤ ਕਾਰਵਾਈ ਵੀ ਉਸ ਦੇ ਉੱਤੇ ਹੋ ਸਕਦੀ ਹੈ। ਸਿਰਫ ਇਹੀ ਨਹੀਂ, ਸਗੋਂ ਜੇਕਰ ਕੋਈ ਪ੍ਰਵਾਸੀ ਹੈ ਤਾਂ ਉਸ ਨੂੰ ਡਿਪੋਰਟ ਵੀ ਕੀਤਾ ਜਾ ਸਕਦਾ ਹੈ, ਜਿਸ ਵਾਸਤੇ ਧਿਆਨ ਦਿੱਤਾ ਜਾਵੇ ਕਿ ਕਿਸੇ ਵੱਲੋਂ ਵੀ ਨਸ਼ਾ ਕਰਕੇ ਗੱਡੀ ਨਾ ਚਲਾਈ ਜਾਵੇ। ਜਿਸ ਦੇ ਲਈ ਪੁਲਿਸ ਅਧਿਕਾਰੀਆਂ ਦੇ ਵੱਲੋਂ ਕਿਹਾ ਗਿਆ ਹੈ ਕਿ ਜੇਕਰ ਕਿਸੇ ਦੇ ਵੱਲੋਂ ਨਸ਼ਾ ਕੀਤਾ ਵੀ ਜਾਂਦਾ ਹੈ ਜਾਂ ਸ਼ਰਾਬ ਦਾ ਸੇਵਨ ਕੀਤਾ ਜਾਂਦਾ ਹੈ ਤਾਂ ਅਜਿਹੇ ਵਿੱਚ ਖੁਦ ਗੱਡੀ ਨਾ ਚਲਾਈ ਜਾਵੇ, ਸਗੋਂ ਨਾਲ ਕਿਸੇ ਅਜਿਹੇ ਵਿਅਕਤੀ ਨੂੰ ਰੱਖਿਆ ਜਾਵੇ ਜੋ ਕਿ ਸੋਫੀ ਹੋਵੇ ਤੇ ਉਹ ਗੱਡੀ ਚਲਾਏ, ਜਾਂ ਫਿਰ ਟੈਕਸੀ ਕਰਕੇ ਵੀ ਟਰੈਵਲ ਕੀਤਾ ਜਾ ਸਕਦਾ ਹੈ। ਜ਼ਰੂਰੀ ਹੈ ਕਿ ਇਸ ਮੌਕੇ ਆਪਣੇ ਆਪ ਨੂੰ ਤੇ ਹੋਰਾਂ ਨੂੰ ਖਤਰੇ ਵਿੱਚ ਨਾ ਪਾਓ। ਹੁਣ ਰੁਕ ਅਗਲੀ ਖਬਰ ਦੇ ਵੱਲ ਕਰਾਂਗੇ। ਇੱਕ ਵਾਰ ਫਿਰ ਤੋਂ ਅਫਗਾਨ ਰਿਫਿਊਜੀ ਵੱਡੀ ਗਿਣਤੀ ਵਿੱਚ ਕੈਨੇਡਾ 'ਚ ਪਹੁੰਚੇ ਨੇ। ਤਾਜ਼ਾ ਜੋ ਫਲਾਈਟ ਪਹੁੰਚੀ ਹੈ ਵਿਨੀਪੈਗ ਦੇ ਵਿੱਚ ਅਫਗਾਨ ਰਿਫਿਊਜੀਆਂ ਦਾ ਸਵਾਗਤ ਕੀਤਾ ਗਿਆ, ਜਿੱਥੋਂ ਉਹ ਹੋਰ ਵੱਖੋ ਵੱਖਰੇ ਭਾਈਚਾਰਿਆਂ ਦੇ ਵਿੱਚ ਜਾਣਗੇ। ਕੈਲਗਰੀ, ਟੋਰਾਂਟੋ ਤੇ ਹੋਰ ਥਾਵਾਂ ਦੇ ਉੱਤੇ ਇਹਨਾਂ ਅਫਗਾਨ ਰਿਫਿਊਜੀਆਂ ਨੂੰ ਭੇਜਿਆ ਜਾਵੇਗਾ।
341 ਅਫਗਾਨ ਰਿਫਿਊਜੀ ਅੱਜ ਦੇ ਦਿਨ ਕੈਨੇਡਾ ਵਿੱਚ ਲੈਂਡ ਹੋਏ ਨੇ। ਜਦੋਂ ਤੋਂ ਅਫਗਾਨਾਂ ਦਾ ਕੈਨੇਡਾ ਵਿੱਚ ਸਵਾਗਤ ਕਰਨਾ ਸ਼ੁਰੂ ਕੀਤਾ ਗਿਆ ਹੈ, ਉਹਨਾਂ ਨੂੰ ਪਨਾਹ ਦੇਣੀ ਸ਼ੁਰੂ ਕੀਤੀ ਗਈ ਹੈ। ਹੁਣ ਤੱਕ 26,000 ਤੋਂ ਵੱਧ ਅਫਗਾਨ ਰਿਫਿਊਜੀਆਂ ਨੂੰ ਕੈਨੇਡਾ ਪਨਾਹ ਦੇ ਚੁੱਕਿਆ ਹੈ ਤੇ ਹਜੇ ਵੀ ਜੋ ਸਕਰੀਨਿੰਗ ਹੁੰਦੀ ਹੈ, ਜਿਸ ਤੋਂ ਬਾਅਦ ਸੈਂਕੜਿਆਂ ਦੀ ਗਿਣਤੀ ਵਿੱਚ ਇਹਨਾਂ ਰਿਫਿਊਜੀਆਂ ਨੂੰ ਕੈਨੇਡਾ ਵਿੱਚ ਲਿਆਂਦਾ ਜਾਂਦਾ ਹੈ ਤੇ ਜਿਨ੍ਹਾਂ ਦੀਆਂ ਫਲਾਈਟਾਂ ਵੱਖੋ ਵੱਖਰੀਆਂ ਥਾਵਾਂ ਦੇ ਉੱਤੇ ਲੈਂਡ ਹੁੰਦੀਆਂ ਨੇ, ਜਿਨ੍ਹਾਂ ਨੂੰ ਵੱਖੋ ਵੱਖਰੇ ਭਾਈਚਾਰਿਆਂ ਦੇ ਵਿੱਚ ਭੇਜਿਆ ਜਾਂਦਾ ਹੈ ਤਾਂ ਕਿ ਇੱਥੇ ਆ ਕੇ ਆਪਣੀ ਉਹ ਨਵੀਂ ਜ਼ਿੰਦਗੀ ਸ਼ੁਰੂ ਕਰ ਸਕਣ, ਜਿਸ ਦੇ ਲਈ ਉਹਨਾਂ ਨੂੰ ਹੋਰ ਸਹੂਲਤਾਂ ਵੀ ਦਿੱਤੀਆਂ ਜਾਂਦੀਆਂ ਨੇ। ਹੁਣ ਅਗਲੀ ਖਬਰ ਦੇ ਵੱਲ ਰੁਖ ਕਰਾਂਗੇ। ਭਾਰਤੀ ਮੂਲ ਦੇ ਇੱਕ ਟੋਰਾਂਟੋ ਦੇ ਵਸਨੀਕ ਨੂੰ $55 ਮਿਲੀਅਨ ਦੀ ਲੋਟਰੀ ਲੱਗੀ ਹੈ। ਟੋਰਾਂਟੋ ਦੇ ਰਹਿਣ ਵਾਲੇ ਨਿਸ਼ੀਤ ਪਾਰਿਕ ਨੇ $55 ਮਿਲੀਅਨ ਦਾ ਜੈਕਪਾਟ ਜਿੱਤਿਆ ਹੈ, ਜਿਨ੍ਹਾਂ ਕਿਹਾ ਕਿ ਹੁਣ ਉਹ ਟੋਰਾਂਟੋ ਵਿੱਚ ਆਪਣਾ ਘਰ ਲੈ ਸਕਦੇ ਨੇ। ਨਿਸ਼ੀਤ ਨੇ ਦੱਸਿਆ ਕਿ ਡਰਾਅ ਬੰਦ ਹੋਣ ਤੋਂ 1 ਘੰਟਾ ਪਹਿਲਾਂ ਹੀ ਉਹਨਾਂ ਨੇ ਪੈਟਰੋ ਕੈਨੇਡਾ, ਜੋ ਕਿ ਮਾਰਖਮ ਰੋਡ ਦੇ ਉੱਤੇ ਸਕਾਰਬਰੋ ਦੇ ਵਿੱਚ ਹੈ, ਉੱਥੇ ਤੋਂ ਲੋਟੋ ਮੈਕਸ ਜੈਕਪਾਟ ਦੀ ਟਿਕਟ ਖਰੀਦੀ ਸੀ। ਅਗਸਤ ਵਿੱਚ ਇਹ ਟਿਕਟ ਖਰੀਦੀ ਗਈ ਸੀ, ਜਿਸ ਤੋਂ ਬਾਅਦ ਉਹਨਾਂ ਕਿਹਾ ਕਿ ਜਦੋਂ ਨਤੀਜਾ ਆਇਆ ਵੀ ਸੀ ਤਾਂ ਉਸ ਦੇ ਵਿੱਚ ਜਦੋਂ ਕਿਹਾ ਗਿਆ ਕਿ ਟੋਰਾਂਟੋ ਦੇ ਵਿੱਚ ਕਿਸੇ ਨੇ ਇਹ ਟਿਕਟ ਜਿੱਤੀ ਹੈ, ਜੋ ਜੈਕਪਾਟ ਜਿੱਤਿਆ ਹੈ, ਤਾਂ ਉਹਨਾਂ ਨੂੰ ਇਹ ਮਹਿਸੂਸ ਹੋਇਆ ਕਿ ਕਾਸ਼ ਉਹਨਾਂ ਦੇ ਵੱਲੋਂ ਇਹ ਟਿਕਟ ਜਿੱਤ ਲਈ ਜਾਂਦੀ। ਪਰ ਜਦੋਂ ਨਿਸ਼ੀਤ ਨੇ ਆਪਣੀ ਟਿਕਟ ਨੂੰ ਦੇਖਿਆ ਤਾਂ ਸਕਰੀਨ ਦੇ ਉੱਤੇ ਬਿਗ ਵਿਨਰ ਜਦੋਂ ਲਿਖਿਆ ਹੋਇਆ ਆਇਆ ਤਾਂ ਉਹਨਾਂ ਨੂੰ ਯਕੀਨ ਨਹੀਂ ਆਇਆ। ਨਿਸ਼ੀਤ ਪ੍ਰੋਜੈਕਟ ਮੈਨੇਜਰ ਦੇ ਵਜੋਂ ਕੰਮ ਕਰਦੇ ਨੇ, 30 ਸਾਲ ਦੇ ਨੇੜੇ ਜਿਨ੍ਹਾਂ ਦੀ ਉਮਰ ਹੈ ਤੇ ਹੁਣ ਜਿਨ੍ਹਾਂ ਨੇ ਲੋਟੋ ਮੈਕਸ ਦਾ ਵੱਡਾ ਜੈਕਪਾਟ ਜਿੱਤ ਲਿਆ। ਅਗਲੀ ਖਬਰ ਹੈ ਕਿ ਜਿਵੇਂ ਤੁਹਾਨੂੰ ਅਸੀਂ ਕੱਲ ਜਾਣਕਾਰੀ ਦਿੱਤੀ ਸੀ, ਟੋਰਾਂਟੋ ਵਿੱਚ 2 ਔਰਤਾਂ ਦੇ ਚਾਕੂ ਮਾਰੇ ਗਏ, ਜਿਸ ਤੋਂ ਬਾਅਦ ਜੋ ਮ੍ਰਿਤਕ ਔਰਤ ਹੈ ਉਸ ਦੀ ਪਛਾਣ ਨੂੰ ਜਨਤਕ ਕੀਤਾ ਗਿਆ ਤੇ ਨਾਲ ਹੀ ਇਹ ਦੱਸਿਆ ਗਿਆ ਕਿ ਜਿਸ ਵਿਅਕਤੀ ਨੇ ਇਹਨਾਂ ਔਰਤਾਂ ਦੇ ਉੱਤੇ ਜਾਨਲੇਵਾ ਹਮਲਾ ਕੀਤਾ ਉਹ ਉਹਨਾਂ ਨੂੰ ਜਾਣਦਾ ਹੀ ਨਹੀਂ ਸੀ। ਟੋਰਾਂਟੋ ਵਿੱਚ ਹਾਈ ਪਾਰਕ ਸਬਵੇ ਸਟੇਸ਼ਨ ਦੇ ਉੱਤੇ ਵੀਰਵਾਰ ਦੀ ਦੁਪਹਿਰ ਨੂੰ ਜੋ ਚਾਕੂ ਮਾਰ ਕੇ 2 ਔਰਤਾਂ ਦੇ ਉੱਤੇ ਹਮਲਾ ਕੀਤਾ ਗਿਆ, ਜਿਨ੍ਹਾਂ ਵਿੱਚੋਂ ਇੱਕ ਦੀ ਪਛਾਣ 31 ਸਾਲ ਦੀ ਵੈਨਸਾ ਕੁਰਪਿਵਸਕਾ ਵਜੋਂ ਹੋਈ ਹੈ, ਜਿਸ ਨੇ ਕਿ ਦਮ ਤੋੜ ਦਿੱਤਾ, ਤੇ ਦੂਜੀ 37 ਸਾਲ ਦੀ ਔਰਤ ਜੋ ਕਿ ਜ਼ਖਮੀ ਹੋਈ ਸੀ ਤੇ ਉਸ ਨੂੰ ਇਲਾਜ ਤੋਂ ਬਾਅਦ ਘਰ ਵੀ ਭੇਜ ਦਿੱਤਾ ਗਿਆ, ਜਿਸ ਦੀ ਪਛਾਣ ਨੂੰ ਜਨਤਕ ਨਹੀਂ ਕੀਤਾ ਗਿਆ। ਜਿਵੇਂ ਕਿ ਹਾਈ ਪਾਰਕ ਸਬਵੇ ਸਟੇਸ਼ਨ ਦੇ ਉੱਤੇ ਦੁਪਹਿਰ ਦੇ 2 ਵਜੇ ਚਾਕੂ ਮਾਰੇ ਗਏ। ਇਹਨਾਂ ਦੋਵਾਂ ਦੇ ਉੱਤੇ ਚਾਕੂ ਨਾਲ ਹਮਲਾ ਇੱਕ ਅਣਜਾਣ ਵਿਅਕਤੀ ਨੇ ਕੀਤਾ, ਜੋ ਕਿ ਇਹਨਾਂ ਨੂੰ ਬਿਲਕੁਲ ਵੀ ਜਾਣਦਾ ਨਹੀਂ ਸੀ, ਜਿਸ ਨੇ ਕਿ ਇੱਕਦਮ ਹਮਲਾ ਕਰ ਦਿੱਤਾ, ਜਿਸ ਤੋਂ ਬਾਅਦ ਉਸ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ। ਟੋਰਾਂਟੋ ਪੁਲਿਸ ਨੇ ਕਿਹਾ ਕਿ 52 ਸਾਲ ਦਾ ਨੈਂਗਜਿਆ ਜਿਨ ਨਾਮਕ ਵਿਅਕਤੀ ਹੈ, ਜਿਸ ਨੂੰ ਕਿ ਵੀਰਵਾਰ ਨੂੰ ਹੀ ਗ੍ਰਿਫਤਾਰ ਕਰ ਲਿਆ ਗਿਆ ਤੇ ਉਸ ਦੇ ਉੱਤੇ ਕਤਲ ਦਾ ਮਾਮਲਾ ਵੀ ਦਰਜ ਕੀਤਾ ਗਿਆ ਹੈ, ਜਿਸ ਨੂੰ ਕਿ ਹੁਣ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਤੇ ਅੱਗੇ ਹੋਰ ਇਸ ਮਾਮਲੇ ਦੇ ਉੱਤੇ ਸੁਣਵਾਈ ਹੋਵੇਗੀ। ਹਜੇ ਤੱਕ ਕਾਰਨ ਨਹੀਂ ਪਤਾ ਲੱਗ ਸਕਿਆ ਕਿ ਆਖਿਰ ਇਸ ਵਿਅਕਤੀ ਨੇ ਇਹਨਾਂ ਔਰਤਾਂ ਦੇ ਚਾਕੂ ਕਿਉਂ ਮਾਰੇ। ਹੁਣ ਅਗਲੀ ਖਬਰ ਦੇ ਵੱਲ ਰੁਖ ਕਰਾਂਗੇ। ਕੋਕਿਟਲਮ ਦੇ ਵਿੱਚ ਇੱਕ ਗੱਡੀ ਵਿੱਚ ਮ੍ਰਿਤਕ ਔਰਤ ਮਿਲੀ ਹੈ, ਜਿਸ ਤੇ ਕਿ ਗੋਲੀ ਲੱਗੀ ਹੋਈ ਸੀ। ਇੰਟੀਗ੍ਰੇਟਿਡ ਹੋਮਿਸਾਈਡ ਇਨਵੈਸਟੀਗੇਸ਼ਨ ਟੀਮ ਨੇ ਮਾਮਲੇ ਦੀ ਅੱਗੇ ਹੋਰ ਜਾਂਚ ਕਰਦੇ ਹੋਏ ਜਾਣਕਾਰੀ ਦਿੱਤੀ ਹੈ। ਬ੍ਰਿਟਿਸ਼ ਕੋਲੰਬੀਆ ਦੇ ਕੋਕਿਟਲਮ ਵਿੱਚ ਵੀਰਵਾਰ ਦੇਰ ਰਾਤ ਇੱਕ ਔਰਤ ਦੇ ਗੋਲੀ ਲੱਗੀ ਹੋਈ ਮਿਲੀ। ਰਾਤ ਦੇ 11 ਵਜੇ ਪੁਲਿਸ ਨੂੰ ਟਰਨਰ ਐਵੇਨਿਊ ਤੇ ਲੈਂਬਰਟ ਵੇ ਦੇ ਉੱਤੇ ਬੁਲਾਇਆ ਗਿਆ, ਜਿੱਥੇ ਜਦੋਂ ਪੁਲਿਸ ਪਹੁੰਚੀ ਤਾਂ ਉੱਥੇ ਗੱਡੀ ਵਿੱਚ ਮੌਜੂਦ ਇੱਕ ਔਰਤ ਦੇ ਗੋਲੀ ਲੱਗੀ ਹੋਈ ਸੀ ਤੇ ਉਸ ਨੂੰ ਮੌਕੇ ਦੇ ਉੱਤੇ ਮ੍ਰਿਤਕ ਐਲਾਨ ਦਿੱਤਾ ਗਿਆ। ਇੰਟੀਗ੍ਰੇਟਿਡ ਹੋਮਿਸਾਈਡ ਇਨਵੈਸਟੀਗੇਸ਼ਨ ਟੀਮ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲਿਸ ਨੇ ਕਿਹਾ ਕਿ ਜੇਕਰ ਕੋਈ ਚਸ਼ਮਦੀਦ ਹੋਵੇ ਜਾਂ ਫਿਰ ਆਲੇ ਦੁਆਲੇ ਕਿਸੇ ਦੇ ਕੋਲ ਵੀ ਕੋਈ ਵੀਡੀਓ ਫੁਟੇਜ ਹੋਵੇ ਉਸ ਮਾਮਲੇ ਨਾਲ ਜੁੜੀ ਹੋਈ ਤਾਂ ਉਹਨਾਂ ਦੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਜਾਣਕਾਰੀ ਦੇਣ ਦੇ ਲਈ ਆਈ ਹਿੱਟ ਯਾਨੀ ਕਿ ਇੰਟੀਗ੍ਰੇਟਿਡ ਹੋਮਿਸਾਈਡ ਇਨਵੈਸਟੀਗੇਸ਼ਨ ਟੀਮ ਦੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਅਗਲੀ ਖਬਰ ਸਰੀ ਤੋਂ ਹੈ, ਜਿੱਥੇ ਕਿ ਪੰਜਾਬੀ ਲੜਕੀ ਜੋ ਕਾਫੀ ਦਿਨਾਂ ਤੋਂ ਲਾਪਤਾ ਸੀ, ਜਿਸ ਦੇ ਬਾਰੇ ਹੁਣ ਪੁਲਿਸ ਨੇ ਦੱਸਿਆ ਕਿ ਉਸ ਦੀ ਦੇਹ ਪੁਲਿਸ ਨੂੰ ਮਿਲੀ ਹੈ। ਸਰੀ ਤੋਂ 23 ਸਾਲ ਦੀ ਲੜਕੀ ਜਸਵੀਰ ਪਰਮਾਰ ਜੋ ਕਿ ਲਾਪਤਾ ਸੀ, ਹੁਣ ਉਸ ਦੀ ਦੇਹ ਮਿਲ ਗਈ ਹੈ, ਜਿਸ ਦੀ ਕਿ ਮੌਤ ਹੋ ਚੁੱਕੀ ਹੈ। ਸਰੀ ਆਰਸੀਐਮਪੀ ਨੂੰ ਇਸ ਦੇ ਬਾਰੇ ਨਵੰਬਰ 22 ਨੂੰ ਰਿਪੋਰਟ ਕੀਤਾ ਗਿਆ ਸੀ, ਜਿਸ ਤੋਂ ਬਾਅਦ ਸਰੀ ਆਰਸੀਐਮਪੀ ਨੇ ਜਨਤਕ ਤੌਰ ਦੇ ਉੱਤੇ ਸਹਿਯੋਗ ਮੰਗਿਆ ਸੀ ਜਸਵੀਰ ਪਰਮਾਰ ਨੂੰ ਲੱਭਣ ਵਾਸਤੇ। ਪਰ ਨਵੰਬਰ 29, 2022 ਨੂੰ ਵੈਸਟ ਵੈਨਕੂਵਰ ਵਿੱਚ ਪੁਲਿਸ ਨੂੰ ਇੱਕ ਲੜਕੀ ਦੀ ਦੇਹ ਮਿਲੀ। ਬਾਅਦ ਵਿੱਚ ਇਹ ਪੁਸ਼ਟੀ ਕੀਤੀ ਗਈ ਕਿ ਉਹ ਸਰੀ ਤੋਂ ਲਾਪਤਾ ਹੋਈ ਜਸਵੀਰ ਪਰਮਾਰ ਦੀ ਦੇਹ ਸੀ, ਜਿਸ ਤੋਂ ਬਾਅਦ BC ਕੋਰਨਰ ਸਰਵਿਸ ਮਾਮਲੇ ਦੀ ਜਾਂਚ ਕਰ ਰਹੀ ਹੈ, ਜਿਸ ਦੇ ਵਿੱਚ ਇਹ ਵੀ ਜਾਣਕਾਰੀ ਦਿੱਤੀ ਗਈ ਹੈ ਕਿ ਜਸਵੀਰ ਦੀ ਮੌਤ ਦੇ ਪਿੱਛੇ ਕੋਈ ਵੀ ਅਪਰਾਧਕ ਕਾਰਨ ਨਹੀਂ ਜਾਪ ਰਿਹਾ। ਇਸ ਨਾਲ ਹੀ ਅੱਜ ਦੇ ਬੁਲੇਟਿਨ ਦੇ ਵਿੱਚ ਇੰਨਾ ਹੀ। ਮੈਨੂੰ ਪੁਨੀਤ ਕੌਰ ਨੂੰ ਦਿਓ ਇਜਾਜ਼ਤ। ਫਿਰ ਹਾਜ਼ਰ ਹੋਵਾਂਗੇ ਤਾਜ਼ੀਆਂ ਖਬਰਾਂ ਦੇ ਨਾਲ। ਸਤਿ ਸ਼੍ਰੀ ਅਕਾਲ।